हाँ जी, सत श्री अकाल जी सारिਆਂ ਨੂੰ ਵੈਲਕਮ ਟੂ ਅਨਦਰ ਵੀਡੀਓ। ਅੱਜ ਦੀ ਜਿਹੜੀ ਵੀਡੀਓ ਹੈ ਸੈਕਿੰਡ ਪਾਰਟ ਹੈ ਨਾ, ਹਾਊ ਟੂ ਗੈਟ ਸਸਕੈਚੁਅਨ ਡਰਾਈਵਰ ਲਾਇਸੈਂਸ। ਜਿਹੜੀ ਪਹਿਲੀ ਵੀਡੀਓ ਸੀ ਉਹਦੇ ਵਿੱਚ ਆਪਾਂ ਕਲਾਸ 5 ਜੋ ਕਿ ਇਹਨੂੰ ਆਪਾਂ ਕਾਰ ਦਾ ਲਾਇਸੈਂਸ ਕਹਿੰਦੇ ਹਾਂ ਉੱਥੇ ਤੱਕ ਦੀ ਆਪਾਂ ਗੱਲ ਕੀਤੀ ਸੀ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੁਸੀਂ ਉਸ ਕਲਾਸ 5 ਲਾਇਸੈਂਸ ਨੂੰ ਕਿੱਦਾਂ ਕਲਾਸ 1 ਦੇ ਵਿੱਚ ਕਨਵਰਟ ਕਰਵਾ ਸਕਦੇ ਹੋ ਤੇ ਉਹਦੇ ਲਈ ਕੀ ਪ੍ਰੋਸੈਸ ਹੈ ਤੇ ਕੀ ਸਟੈਪ ਨੇ। ਤੇ ਨਾਲ ਦੀ ਨਾਲ ਆਪਾਂ ਅੱਜ ਗੱਲ ਕਰਾਂਗੇ ਜਿਹੜਾ ਵੀ ਕੋਈ ਆਊਟ ਆਫ ਪ੍ਰੋਵਿੰਸ ਕਲਾਸ 1 ਜਾਂ ਆਪਾਂ ਅੰਟਾਰੀਓ ਤੋਂ ਲੈ ਲੈਂਦੇ ਹਾਂ AZ ਲਾਇਸੈਂਸ ਲੈ ਕੇ ਆਉਂਦਾ, ਉਹਨੂੰ ਸਸਕੈਚੁਅਨ ਕਲਾਸ 1 ਲੈਣ ਦੇ ਲਈ ਕੀ ਸਟੈਪਸ ਕਰਨੇ ਪੈਂਦੇ ਨੇ। ਤੇ ਜੇ ਕੋਈ ਬਾਹਰੋਂ ਆ ਰਿਹਾ ਆਊਟ ਆਫ US ਔਰ ਕੈਨੇਡਾ, ਉਹਦੇ ਲਈ ਪ੍ਰੋਸੈਸ ਕੀ ਹੈ। ਸੋ ਅੱਜ ਜੀ ਆਪਾਂ ਸ਼ੁਰੂ ਕਰਦੇ ਹਾਂ। ਓਕੇ, ਸੋ ਆਪਾਂ ਕਲਾਸ 5 ਤੁਹਾਡੇ ਕੋਲ ਹੈਗਾ ਹੈ ਨਾ, ਤੁਹਾਡੇ ਕੋਲ ਕਲਾਸ 5 ਕੰਪਲੀਟ ਹੋਣਾ ਚਾਹੀਦਾ ਹੈ ਨਾ। ਪਹਿਲੀ ਕੰਡੀਸ਼ਨ ਤਾਂ ਇਹੀ ਹੈ ਵੀ ਕੋਈ ਰਿਸਟ੍ਰਿਕਸ਼ਨ, ਕੋਈ ਨੋ ਵਾਇਸ ਨਹੀਂ ਹੋਣੀ ਚਾਹੀਦੀ ਉਹਦੇ ਉੱਪਰ, ਹੈ ਨਾ। ਨੋ ਵਾਇਸ 1 ਔਰ 2 ਨਹੀਂ ਹੋਣਾ ਚਾਹੀਦਾ, ਫੁੱਲ ਕਲਾਸ 5 ਹੋਵੇ ਤੁਹਾਡੇ ਕੋਲੇ। ਸੋ ਪਹਿਲਾ ਸਟੈਪ ਇਹਦੇ ਵਿੱਚ ਹੈਗਾ, ਤੁਸੀਂ ਇੱਕ ਮੈਡੀਕਲ ਐਗਜ਼ਾਮ ਹੁੰਦਾ ਜਿਹੜਾ ਕਮਰਸ਼ੀਅਲ ਮੈਡੀਕਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਤੁਸੀਂ ਬੁੱਕ ਕਰਵਾਉਣਾ ਹੈ ਨਾ ਫਿਜ਼ੀਸ਼ੀਅਨ ਦੇ ਕੋਲੋਂ। ਤੁਸੀਂ ਉਹ ਮੈਡੀਕਲ ਕਰਵਾਉਣਾ ਤੇ ਉਹਦੀ ਰਿਪੋਰਟ ਹੈ ਜਿਹੜੀ ਉਹ ਤੁਸੀਂ ਤੁਹਾਡਾ ਫਿਜ਼ੀਸ਼ੀਅਨ ਮੋਸਟਲੀ ਕੀ ਕਰਦਾ ਹੈ, ਉਹ ਆਨਲਾਈਨ ਹੀ ਨਾ ਸਬਮਿਟ ਕਰਵਾ ਦਿੰਦਾ SGI ਨੂੰ। ਸੋ SGI ਨੂੰ ਇੱਕ ਵਾਰ ਤੁਹਾਡੀ ਜੋ ਰਿਪੋਰਟ ਮਿਲ ਜਾਂਦੀ ਹੈ, ਫਿਰ ਤੁਸੀਂ ਨੈਕਸਟ ਸਟੈਪ ਕੀ ਹੈ, ਤੁਸੀਂ ਜਾ ਕੇ ਆਪਣੇ ਰਿਟਨ ਐਗਜ਼ਾਮ ਤੇ ਵਿਜ਼ਨ ਟੈਸਟ ਦੁਬਾਰਾ ਤੋਂ ਦੇਣਾ ਹੁੰਦਾ ਹੈ ਨਾ। ਵਿਜ਼ਨ ਟੈਸਟ ਕਰਵਾਉਣਾ ਤੇ ਤੁਸੀਂ ਦੇਣੇ ਨੇ ਰਿਟਨ ਐਗਜ਼ਾਮਸ। ਰਿਟਨ ਐਗਜ਼ਾਮ ਤੁਸੀਂ ਕਲਾਸ 5, 4, 3, 2 ਤੇ 1 ਦੇ ਸਾਰੇ ਦੇਣੇ ਨੇ, ਹੈ ਨਾ, ਕਿਉਂਕਿ ਤੁਸੀਂ ਕਲਾਸ 1 ਦਾ ਲਾਇਸੈਂਸ ਲੈ ਰਹੇ ਹਾਂਗੇ ਆਪਾਂ। ਸੋ ਕਲਾਸ 1 ਦਾ ਲਾਇਸੈਂਸ ਲੈਣ ਦੇ ਲਈ ਆਪਾਂ ਨੂੰ ਵੀ ਟੈਸਟ ਦੇਣੇ ਪੈਂਦੇ। ਸੋ ਟੋਟਲ ਆਈ ਥਿੰਕ 7 ਟੈਸਟ ਬਣਦੇ ਨੇ, 7 ਔਰ 6 ਟੈਸਟ ਬਣਦੇ ਨੇ ਇਹ, ਹੈ ਨਾ। ਇੱਕ ਤੁਹਾਨੂੰ ਸਾਇੰਸ ਦਾ ਟੈਸਟ ਦੇਣਾ ਪੈਂਦਾ, ਇੱਕ ਬੇਸਿਕ ਨੌਲੇਜ ਆਈ ਥਿੰਕ ਜਿਹਨੂੰ ਆਪਾਂ ਕਲਾਸ 5 ਹੀ ਕਹਿੰਦੇ ਹਾਂਗੇ ਉਹ, ਫਿਰ ਕਲਾਸ 4 ਦਾ, 3 ਦਾ, 2 ਦਾ, 1 ਦਾ, ਇਹ ਸਾਰੇ ਤੁਸੀਂ ਦੇਣੇ ਹੁੰਦੇ ਨੇਗੇ। ਇਹ ਜਦੋਂ ਤੁਸੀਂ ਪਾਸ ਕਰ ਲੈਂਦੇ ਹੋ, ਹਰੇਕ ਟੈਸਟ ਦੀ ਫੀਸ ਮੈਂ ਦੱਸ ਦਿੰਦਾ, ਹਰੇਕ ਟੈਸਟ ਦੀ ਫੀਸ $25 ਫॉर ਐਵਰੀ ਟੈਸਟ ਹੈ ਨਾ। ਤੇ ਫਿਰ ਇੱਕ ਵਿਜ਼ਨ ਟੈਸਟ ਹੈ ਜਿਹੜਾ ਉਹ ਇਨਕਲੂਡਡ ਇਨ ਦਾ ਕਾਸਟ ਹੁੰਦਾ ਹੈ। ਤੇ ਜਦੋਂ ਤੁਸੀਂ ਉਹ ਸਾਰੇ ਕਲਾਸ 5 ਦੇ ਤੁਸੀਂ 5, 4, 3, 2, 1 ਜਦੋਂ ਸਾਰੇ ਰਿਟਨ ਐਗਜ਼ਾਮ ਕਲੀਅਰ ਕਰ ਲੈਂਦੇ ਹੋ, ਉਹਦੇ ਬਾਅਦ ਤੁਸੀਂ $15 ਇੱਕ ਫੀਸ ਹੁੰਦੀ ਹੈ ਜਿਹਦੇ ਨਾਲ ਤੁਸੀਂ ਆਪਣੀ ਜਿਹੜੀ ਇੰਡੋਰਸਮੈਂਟ, ਤੁਸੀਂ ਇੰਡੋਰਸਮੈਂਟ ਐਕਸਪਲੇਨ ਕਰ ਦਿੰਦੇ ਹਾਂ ਆਪਾਂ ਕੀ ਹੁੰਦੀ ਹੈ। ਇੰਡੋਰਸਮੈਂਟ ਹੁੰਦੀ ਹੈ ਜਿਹੜਾ ਵੀ ਤੁਸੀਂ ਐਜ਼ ਅ ਲਰਨਰ ਤੁਸੀਂ ਉਹ ਕਲਾਸ ਦੇ ਵਿੱਚ ਆਪਰੇਟ ਕਰ ਸਕਦੇ ਹੋ ਐਜ਼ ਅ ਲਰਨਰ, ਜਿਹੜੀ ਵੀ ਕਲਾਸ ਦੀ ਤੁਹਾਡੇ ਕੋਲ ਇੰਡੋਰਸਮੈਂਟ ਹੋਵੇ, ਠੀਕ ਹੈ। ਇੰਡੋਰਸਮੈਂਟ ਮਿਲ ਜਾਂਦੀ ਹੈ ਤੁਹਾਨੂੰ ਕਲਾਸ 1 ਤੋਂ, ਜਦੋਂ ਤੁਸੀਂ ਸਾਰੇ ਟੈਸਟ ਪਾਸ ਕਰ ਲੈਂਦੇ ਆ, ਆਪਾਂ ਨੂੰ ਕਲਾਸ 1 ਦੀ ਇੰਡੋਰਸਮੈਂਟ ਮਿਲ ਜਾਂਦੀ ਹੈ। ਤੇ ਉਹ ਇੰਡੋਰਸਮੈਂਟ ਆਪਣੇ ਲਾਇਸੈਂਸ ਰਜਿਸਟਰ ਕਰਵਾਉਣ ਦੇ ਲਈ $15 ਫੀਸ ਹੈ, ਉਹ ਤੁਸੀਂ ਰਾਈਟ ਅਵੇ ਉੱਥੇ ਪੇ ਕਰਕੇ ਤੁਸੀਂ ਇੰਡੋਰਸਮੈਂਟ ਲੈ ਮਤਲਬ ਤੁਸੀਂ ਇੱਕ ਲੈ ਸਕਦੇ ਹੋ ਵੀ ਕਲਾਸ 1 ਐਜ਼ ਅ ਲਰਨਰ ਤੁਸੀਂ ਆਪਰੇਟ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਇੱਕ ਮੈਲਟ ਟ੍ਰੇਨਿੰਗ ਹੈ ਜੋ ਸਸਕੈਚੁਅਨ ਦੇ ਵਿੱਚ ਆਈ ਥਿੰਕ March 1, 2019 ਤੋਂ ਇੰਪਲੀਮੈਂਟ ਹੋਈ ਹੈ। ਮੈਲਟ ਦੇ ਵਿੱਚ 121.5 ਆਵਰਸ ਦੀ ਤੁਹਾਨੂੰ ਟ੍ਰੇਨਿੰਗ ਚਾਹੀਦੀ ਹੁੰਦੀ ਹੈਗੀ। ਇਹਦੇ ਵਿੱਚ ਜਿਹੜੇ 47 ਆਵਰਸ ਨੇ ਉਹ ਤੁਹਾਡੇ ਇਨ ਕਲਾਸ ਹੁੰਦੇ ਨੇ, 17.5 ਆਵਰਸ ਨੇ ਜਿਹੜੇ ਉਹ ਇਨ ਯਾਰਡ ਹੁੰਦੇ ਨੇ, ਜਿਹਦੇ ਵਿੱਚ ਤੁਸੀਂ ਆ ਕਪਲਿੰਗ ਵਗੈਰਾ ਸਾਰੀ ਹੈ ਨਾ ਇਹ ਕਰ ਲਈ, ਜਾਂ ਇਹ ਤੁਹਾਡੀ ਪ੍ਰੀ ਟ੍ਰਿਪ ਹੈ ਜਿਹੜੀ ਉਹ ਸਾਰੀ ਤੁਸੀਂ ਸਿੱਖਦੇ ਹੋਗੇ। ਤੇ 57 ਆਵਰਸ ਨੇ ਜਿਹੜੇ ਉਹ ਤੁਹਾਡੀ ਇਨ ਕੈਬ, ਜਿਹਦੇ ਵਿੱਚ ਤੁਸੀਂ ਔਨ ਰੋਡ ਪ੍ਰੈਕਟਿਸ ਕਰਨੀ ਹੈ ਨਾ। ਇਹ ਮੈਂਡੇਟਰੀ ਹੈ ਸਸਕੈਚੁਅਨ ਦੇ ਵਿੱਚ, ਆਈ ਥਿੰਕ ਅਲਬਰਟਾ ਦੇ ਵਿੱਚ, ਮੈਨੀਟੋਬਾ ਦੇ ਵਿੱਚ, ਸਸਕੈਚੁਅਨ ਦੇ ਵਿੱਚ ਤੇ ਓਨਟਾਰੀਓ ਦੇ ਵਿੱਚ ਟ੍ਰੇਨਿੰਗ ਇੰਪਲੀਮੈਂਟ ਹੋ ਚੁੱਕੀ ਹੈ। ਔਰ ਸੋ ਇਹ ਤੁਸੀਂ ਕੰਪਲੀਟ ਕਰਨੀ ਹੁੰਦੀ ਆ ਬਿਫੋਰ ਕਿ ਤੁਸੀਂ ਕੋਈ ਵੀ ਰੋਡ ਟੈਸਟ ਸਕੈਜੂਲ ਕਰਵਾ ਸਕਦੇ ਹੋ। ਤੁਸੀਂ ਸਕੈਜੂਲ ਕਰਵਾ, ਬਟ ਉੱਥੇ ਤੁਹਾਡਾ ਉਹ ਮੈਲਟ ਦਾ ਟ੍ਰੇਨਿੰਗ ਸਰਟੀਫਿਕੇਟ ਮੰਗਦੇ ਨੇ ਉਹ। ਸੋ ਇਹਦੇ ਨਾਲ ਤੁਸੀਂ ਜਦੋਂ ਪਹਿਲਾ ਹੁੰਦਾ ਸਟੈਪ ਇਹਦੇ ਵਿੱਚ, ਜਦੋਂ ਤੁਸੀਂ ਮੈਲਟ ਟ੍ਰੇਨਿੰਗ ਕੰਪਲੀਟ ਕਰ ਲਈ ਆ, ਫਿਰ ਤੁਸੀਂ ਪਹਿਲਾ ਜਿਹੜਾ ਕੰਮ ਕਰਨਾ ਹੈ ਉਹ ਹੈਗਾ ਤੁਹਾਡਾ, ਤੁਸੀਂ 에ਅਰ ਬ੍ਰੇਕ ਦਾ, ਜਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰੀ ਟ੍ਰਿਪ ਤੇ 에ਅਰ ਬ੍ਰੇਕ ਦਾ ਤੁਸੀਂ ਬੁੱਕ ਕਰਵਾਉਣਾ ਹੁੰਦਾ ਹੈ ਨਾ। ਇਹ ਤੁਸੀਂ ਆਈ ਥਿੰਕ ਕਿਸੇ ਵੀ ਆਰਡਰ ਦੇ ਵਿੱਚ ਕਰ ਸਕਦੇ ਹੋ। ਪਹਿਲਾਂ ਪ੍ਰੀ ਟ੍ਰਿਪ ਕਰਨੀ ਹੁੰਦੀ ਆ ਆਪਾਂ, ਹੈ ਨਾ। ਤੇ ਪ੍ਰੀ ਟ੍ਰਿਪ ਦੇ ਵਿੱਚ ਤੁਸੀਂ ਸਾਰੇ ਇੱਕ ਜਿਹੜੇ ਕੰਪੋਨੈਂਟਸ ਨੇ ਟਰੱਕ ਦੇ, ਹੈ ਨਾ, ਮਕੈਨੀਕਲ ਕੰਪੋਨੈਂਟਸ ਨੇ, ਉਹਨਾਂ ਦਾ ਨਾਮ ਆਇਡੈਂਟੀਫਾਈ ਕਰਕੇ ਦਿਖਾਉਣਾ ਹੁੰਦਾ ਇੰਸਟਰਕਟਰ ਨੂੰ, ਤੇ ਸਾਰੀ ਪ੍ਰੋਪਰ ਇੰਸਪੈਕਸ਼ਨ ਕਰਕੇ ਦਿਖਾਣੀ ਹੈ ਨਾ। ਐਜ਼ ਇੱਦਾਂ ਹੀ ਟ੍ਰੀਟ ਕਰਨਾ ਕਿ ਜਿੱਦਾਂ ਤੁਸੀਂ ਇਸ ਵਹੀਕਲ ਨੂੰ ਰੋਡ ਦੇ ਉੱਪਰ ਲੈ ਕੇ ਜਾਣਾ,
ਕਿੱਦਾਂ ਦੀ ਇਨਸਪੈਕਸ਼ਨ ਕਰੋਗੇ, ਉਹ ਸੇਮ ਇਨਸਪੈਕਸ਼ਨ ਆਪਾਂ ਉੱਥੋਂ ਹੀ ਕਰਨੀ ਹੁੰਦੀ ਹੈਗੀ। ਜਦੋਂ ਆਪਾਂ ਇਨਸਪੈਕਸ਼ਨ ਕੰਪਲੀਟ ਕਰਦੇ ਹਾਂ ਤੇ ਆਈ ਥਿੰਕ ਉਹਦੇ ਵਿੱਚ ਤੁਹਾਡਾ ਇੰਸਟਰਕਟਰ ਤੁਹਾਨੂੰ ਤੁਹਾਡੀ ਸਾਰੀ ਨੌਲੇਜ ਨੂੰ ਜੱਜ ਕਰਦਾ, ਤੁਹਾਨੂੰ ਕੁਐਸਚਨ ਵੀ ਕਰ ਸਕਦਾ ਹੈ ਨਾ ਵੀ ਕਿਸੇ ਚੀਜ਼ ਦੇ ਬਾਰੇ ਵੀ। ਸੋ ਮੇਕ ਸ਼ੋਰ ਕਿ ਆਪਾਂ ਨੂੰ ਆਪਣੇ ਟਰੱਕ ਦੇ ਬਾਰੇ ਸਾਰੀ ਨੌਲੇਜ ਹੋਵੇ ਹੈ ਨਾ। ਫਿਰ ਇੱਕ 에ਅਰ ਬ੍ਰੇਕ ਦਾ ਇਹ ਟੈਸਟ ਹੁੰਦਾ। 에ਅਰ ਬ੍ਰੇਕ ਵੱਡਾ ਟੌਪਿਕ ਹੈ, ਸੋ ਆਪਾਂ 에ਅਰ ਬ੍ਰੇਕ ਦੇ ਲਈ ਆਪਾਂ ਇੱਕ ਹੋਰ ਵੀਡੀਓ ਬਣਾ ਲਾਂਗੇ ਕਿਉਂਕਿ 에ਅਰ ਬ੍ਰੇਕ ਥੋੜ੍ਹੇ ਲੰਬੇ, ਉਹਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਸਟ ਹੁੰਦੇ ਨੇ ਹੈ ਨਾ ਜੋ ਆਪਾਂ ਕਰ ਲੈਂਦੇ ਆ। ਸੋ ਜਿਹੜੀ ਪ੍ਰੀ ਟ੍ਰਿਪ ਆ ਗਈ ਇਹਦੇ ਵਿੱਚ ਤੁਸੀਂ ਕਪਲਿੰਗ ਤੇ ਅਨਕਪਲਿੰਗ ਕਰਕੇ ਦਿਖਾਣੀ ਆ ਟ੍ਰੇਨਰ ਨੂੰ। ਤੇ ਉਸ ਤੋਂ ਬਾਅਦ ਇਹ ਜਦ ਤੁਸੀਂ ਆਈ ਥਿੰਕ 3 ਔਰ ਲੈਸ ਡੀਮੈਰਿਟ ਪੁਆਇੰਟ ਤੁਹਾਡੇ ਇਹਦੇ 'ਚ ਹੋਣੇ ਚਾਹੀਦੇ ਨੇ ਤਾਂ ਤੁਸੀਂ ਪ੍ਰੀ ਟ੍ਰਿਪ ਨੂੰ ਕੰਪਲੀਟ ਕਰੋਗੇ ਹੈ ਨਾ। ਸੋ ਉਸ ਤੋਂ ਬਾਅਦ ਆ ਜਾਂਦਾ ਜੀ ਤੁਹਾਡਾ ਰੋਡ ਟੈਸਟ। ਤੇ ਜਦੋਂ ਵੀ ਤੁਸੀਂ ਰੋਡ ਟੈਸਟ ਦੇ ਲਈ ਜੋ ਵੀ ਵਹੀਕਲ ਲੈ ਕੇ ਆਉਣਾ ਉਹ ਪੂਰੀ ਤਰ੍ਹਾਂ ਮਕੈਨੀਕਲੀ ਫਿੱਟ ਹੋਣਾ ਚਾਹੀਦਾ, ਉਹਦੇ ਤੇ ਬਕਾਇਦਾ ਸੇਫਟੀ ਡੈਕ ਲੱਗਿਆ ਹੋਵੇ ਜੋ ਕਿ ਵੈਲਿਡ ਹੋਣਾ ਚਾਹੀਦਾ। ਤੇ ਉਹਦੇ ਵਿੱਚ ਜਿਹੜਾ ਇੰਸਟਰਕਟਰ ਹੈ ਉਹਦੇ ਬੈਠਣ ਦੇ ਲਈ ਪ੍ਰੋਪਰ ਸੀਟਿੰਗ ਹੋਣੀ ਚਾਹੀਦੀ ਹੈ ਨਾ। ਤੇ ਮੇਕ ਸ਼ੋਰ ਕਿ ਜਿਹੜਾ ਉਹਦਾ ਕੈਬ ਹੈ ਉਹ ਕਲੀਨ ਹੋਵੇ। ਮੋਸਟਲੀ ਜਿਹੜੇ ਆਪਣੇ ਸਕੂਲ ਦੇ ਵਿੱਚ ਜਿਹੜੇ ਵੀ ਆਪਾਂ ਨੂੰ ਦਿੰਦੇ ਨੇ ਆਪਾਂ ਉਹਨਾਂ ਦਾ ਹੀ ਵਹੀਕਲ ਬੋਰੋ ਕਰਦੇ ਹਾਂ ਹੈ ਨਾ। ਸੋ ਉਹਦੀ ਜਿਹੜੀ ਫੀਸ ਆ ਉਹ ਆਈ ਥਿੰਕ ਉਹਨਾਂ ਦਾ ਜਿੰਨਾ ਵੀ ਉਹ ਸਕੂਲ ਚਾਰਜ ਕਰਦੇ ਉਹਦੇ ਵਿੱਚ ਇਨਕਲੂਡਡ ਹੁੰਦੀ ਹੈ। ਸੋ ਉਹ ਤੁਸੀਂ ਮੇਕ ਸ਼ੋਰ ਕਰ ਲੈਣਾ ਹੈ ਨਾ ਵੀ ਸਾਰਾ ਟਰੱਕ ਦੀ ਇੰਸਪੈਕਸ਼ਨ ਕੀਤੀ ਹੋਵੇ। ਅਤੇ ਤੁਸੀਂ ਇੰਸਟਰਕਟਰ ਨੂੰ ਸ਼ੋਅ ਕਰਨੀ ਹੁੰਦੀ ਹੈਗੀ ਵੀ ਜਿਹੜਾ ਵੀ ਤੁਸੀਂ ਵਹੀਕਲ ਲੈ ਕੇ ਆਏ ਹੋਗੇ ਇਹਦੀ ਵਿਦਿਨ 24 ਆਵਰ ਸੇਫਟੀ ਇੰਸਪੈਕਸ਼ਨ ਕੀਤੀ ਹੈਗੀ ਤੁਸੀਂ ਹੈ ਨਾ, ਇੰਸਪੈਕਸ਼ਨ ਕੀਤੀ ਹੋਵੇ ਉਹਦੀ। ਅਤੇ ਉਹਦੇ ਵਿੱਚ ਡਿਫਰੈਂਟ ਪਾਰਟਸ ਦੇ ਵਿੱਚ ਤੁਸੀਂ ਐਕਸਟਰਨਲ ਇੰਸਪੈਕਸ਼ਨ ਹੁੰਦੀ ਹੈ ਅਤੇ ਇੱਕ ਇੰਟਰਨਲ ਇੰਸਪੈਕਸ਼ਨ ਹੁੰਦੀ ਹੈ। ਇੰਟਰਨਲ ਇੰਸਪੈਕਸ਼ਨ ਕਿੱਦਾਂ? ਇੰਟਰਨਲ ਇੰਸਪੈਕਸ਼ਨ ਦੇ ਵਿੱਚ ਤੁਸੀਂ ਜਿਹੜਾ ਇੰਸਟਰੂਮੈਂਟ ਕਲਸਟਰ ਹੈ ਤੁਹਾਡਾ ਉਹਦੇ ਵਿੱਚ ਤੁਸੀਂ ਸਾਰੀ ਗੇਜਿਸ ਨੇ ਜਿਹੜੀਆਂ ਉਹ ਆਈਡੈਂਟੀਫਾਈ ਕਰਨੀਆਂ ਹੁੰਦੀਆਂ ਨੇ ਇੰਸਟਰਕਟਰ ਨੂੰ ਵੀ ਇਹ ਗੇਜ ਕਿਹਦੀ ਆ ਹੈ ਨਾ ਸਾਰੀ ਚੀਜ਼। ਅਤੇ ਤੁਹਾਨੂੰ ਤੁਹਾਡੇ ਟਰੱਕ ਦੇ ਕੰਟਰੋਲਸ ਪਤਾ ਹੋਣੇ ਚਾਹੀਦੇ ਨੇ, ਜਿੱਦਾਂ ਸੇਮ ਆਪਾਂ ਕਾਰ ਦੀ ਗੱਲ ਕੀਤੀ ਸੀ ਨਾ ਵਾਈਪਰ ਵਗੈਰਾ ਉਹ ਸਾਰੇ ਇਹਦੇ ਵਿੱਚ ਵੀ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਫਿਰ ਤੁਹਾਡੇ ਕੋਲ ਸੇਫਟੀ ਜਿਹੜੀ ਉਹ ਹੁੰਦੀ ਹੈ ਸੇਫਟੀ ਸਰਟੀਫਿਕੇਟ ਹੁੰਦਾ ਜਿਹੜਾ ਉਹ ਵੀ ਤੁਹਾਡੇ ਟਰੱਕ ਦੇ ਵਿੱਚ ਹੋਣਾ ਚਾਹੀਦਾ। ਅਤੇ ਤੁਹਾਡੇ ਟਰੱਕ ਦੇ ਵਿੱਚ ਫਸਟ ਏਡ ਕਿੱਟ, ਫਾਇਰ ਐਕਸਟਿੰਗੁਇਸ਼ਰ ਅਤੇ ਜਿਹੜੇ ਆਪਣੇ ਬ੍ਰੇਕਡਾਊਨ ਦੇ ਲਈ ਜਿਹੜੇ ਆਪਾਂ ਔਨ ਦਾ ਰੋਡ ਜਿਹੜੇ ਹੈਜ਼ਰਡ ਦੇ ਲਈ ਟ੍ਰਾਇੰਗਲ ਯੂਜ਼ ਕਰਨੇ ਉਹ ਵੀ ਹੋਣੇ ਚਾਹੀਦੇ ਨੇ ਤੁਹਾਡੇ ਟਰੱਕ ਦੇ ਵਿੱਚ। ਸੋ ਇਹ ਚੀਜ਼ਾਂ ਤੁਹਾਡੇ ਹੋਣੀਆਂ ਚਾਹੀਦੀਆਂ। ਜਦੋਂ ਤੁਸੀਂ ਇਹ ਸਾਰੀ ਇੰਸਪੈਕਸ਼ਨ ਕੰਪਲੀਟ ਸੈਟਿਸਫਾਈ ਲਈ ਕਰਦੇ ਹੋ ਅਤੇ ਤੁਹਾਨੂੰ ਉਹ ਕਹਿੰਦੇ ਵੀ ਹਾਂਜੀ ਤੁਸੀਂ ਪਾਸ ਹੋ ਗਏ ਹੋ ਹੈ। ਅਤੇ ਉਹ ਹਾਂਜੀ ਸੋ ਤੁਸੀਂ ਟ੍ਰਿਪ ਇੰਸਪੈਕਸ਼ਨ ਜਦੋਂ ਤੁਸੀਂ ਪਾਸ ਕਰ ਜਾਂਦੇ ਹੋ ਨਾ ਉਹ ਤੁਹਾਨੂੰ ਪੇਪਰ ਦੇ ਦਿੰਦੇ ਨੇਗੇ। ਅਤੇ ਉਸ ਤੋਂ ਬਾਅਦ ਇੱਕ ਤੁਸੀਂ ਰੋਡ ਟੈਸਟ ਕਰਨਾ ਹੁੰਦਾ। ਸੋ ਆਪਾਂ ਸੌਰੀ ਇਹਦੀ ਜਿਹੜੀ ਫੀਸ ਹੈ ਟ੍ਰਿਪ ਇੰਸਪੈਕਸ਼ਨ ਦੀ ਫੀਸ $55 ਹੁੰਦੀ ਹੈਗੀ ਫॉर ਕਲਾਸ 4 3 2 ਕਲਾਸ 3 2 ਐਂਡ 1 ਵਾਸਤੇ। ਸੋ ਜਿਹੜਾ ਕਲਾਸ 4 ਹੈ ਜਿਹਨੂੰ ਆਪਾਂ ਟੈਕਸੀ ਦਾ ਲਾਇਸੈਂਸ ਕਹਿ ਦਿੰਦੇ ਹਾਂ ਉਹਦੇ ਵਿੱਚ ਆਈ ਥਿੰਕ ਇਫ ਆਮ ਨਾਟ ਰੋਂਗ $50 ਹੁੰਦੀ ਹੈ ਉਹਦੀ ਫੀਸ ਹੈ ਨਾ। ਤੁਸੀਂ ਇਹਦੀ ਸਾਰੀ ਫੀਸ ਸਾਰੀ ਇਨਫੋਰਮੇਸ਼ਨ SGI ਦੀ ਵੈਬਸਾਈਟ ਦੇ ਉੱਪਰ ਵੀ ਚੈੱਕ ਕਰ ਸਕਦੇ ਹੋ sgi.sk.ca ਦੇ ਉੱਪਰ ਜਾ ਕੇ। ਮੈਂ ਨੀਚੇ ਲਿੰਕ ਵੀ ਪਾ ਦੂੰਗਾ ਹੈ ਨਾ। ਅਤੇ ਉਹ ਸਾਰਾ ਮੈਂ ਤੁਹਾਨੂੰ ਲਿੰਕ ਪਾ ਦੂੰਗਾ ਕਿ ਕਿੱਦਾਂ ਜਿਹੜੇ ਸਟੈਪਸ ਨੇ ਉਹ ਸਾਰੇ ਇਹਨਾਂ ਨੇ ਮੈਂਸ਼ਨ ਕੀਤੇ ਵੈਬਸਾਈਟ 'ਤੇ ਬਕਾਇਦਾ ਬਿਲਕੁਲ ਕਲੀਅਰ ਲਿਖਿਆ ਹੋਇਆ ਨਾ ਸਾਰਾ। ਸੋ ਬਹੁਤ ਈਜ਼ੀ ਉੱਥੋਂ ਤੁਸੀਂ ਅੰਡਰਸਟੈਂਡ ਕਰ ਸਕਦੇ। ਬਟ ਸਟਿਲ ਜੇ ਤੁਹਾਡਾ ਕੋਈ ਕੁਐਸਚਨ ਹੈ ਉਹ ਤੁਸੀਂ SGI ਨੂੰ ਕਾਲ ਕਰਕੇ ਪੁੱਛ ਸਕਦੇ ਹੋ। ਉਹਦਾ ਨੰਬਰ ਜਿਹੜਾ ਹੈਗਾ ਉਹ ਵੀ ਮੈਂ ਇਹਦੇ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੂੰ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਛੱਡ ਦੂੰਗਾ। ਸੋ ਇਹਦੀ ਜਿਹੜੀ ਤਿਆਰੀ ਹੈ ਤੁਸੀਂ ਇਹ ਕਿੱਥੋਂ ਕਰਨੀ ਹੈਗੀ ਹੈ ਨਾ ਟ੍ਰਿਪ ਇੰਸਪੈਕਸ਼ਨ ਦੀ 에ਅਰ ਬ੍ਰੇਕ ਦੀ ਸਾਰੀ ਜਿਹੜੀ ਤਿਆਰੀ ਕਰਨੀ ਹੈ ਉਹਦੇ ਲਈ ਸਸਕੈਚੁਅਨ ਦੀ ਪ੍ਰੋਫੈਸ਼ਨਲ ਡਰਾਈਵਰ ਹੈਂਡਬੁੱਕ ਹੈ ਉਹ ਵੀ ਤੁਸੀਂ ਉਹਨਾਂ ਦੀ ਵੈਬਸਾਈਟ ਤੋਂ ਈ-ਬੁੱਕ ਵੀ ਡਾਊਨਲੋਡ ਕਰ ਸਕਦੇ ਹੋ। ਅਤੇ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚੋਂ ਜਾ ਕੇ ਵੀ ਇੱਕ ਪ੍ਰਿੰਟਡ ਬੁੱਕ ਵੀ ਲੈ ਸਕਦੇ ਹੋ ਦੋਨਾਂ ਵਾਸਤੇ। ਉਹ ਫ੍ਰੀ ਆਫ ਚਾਰਜ ਹੈ, ਤੁਹਾਨੂੰ ਕੋਈ ਪੈਸਾ ਪੇ ਨਹੀਂ ਕਰਨਾ ਹੈਗਾ ਤੁਸੀਂ। ਸੋ ਜਦੋਂ ਇਹ ਤੁਸੀਂ ਕਰ ਲੈਂਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਫਿਰ ਰੋਡ ਟੈਸਟ ਬੁੱਕ ਕਰਨਾ ਹੁੰਦਾ। ਰੋਡ ਟੈਸਟ ਬੁੱਕ ਕਰਨ ਦੇ ਲਈ ਤੁਸੀਂ ਜਿਹੜਾ ਜਿੱਦਾਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਵਹੀਕਲ ਤੁਹਾਡਾ ਸੈਟਿਸਫਾਈ ਕਰਦਾ ਹੋਵੇ ਸੇਫਟੀ ਰਿਕੁਆਇਰਮੈਂਟਸ ਨੂੰ। ਸੋ ਉਹਦੇ ਵਿੱਚ ਰੋਡ ਟੈਸਟ ਨੂੰ ਪਾਸ ਕਰਦੇ ਤੁਹਾਡੇ 9 ਔਰ ਲੈਸ ਡੀਮੈਰਿਟਸ ਪੁਆਇੰਟ ਹੋਣੇ ਚਾਹੀਦੇ ਆ। ਰੋਡ ਟੈਸਟ ਦੇ ਵਿੱਚ ਕੀ ਹੁੰਦਾ ਆਪਾਂ ਉਹ ਵੀ ਡਿਸਕਸ ਕਰ ਲੈਂਦੇ ਹਾਂ। ਰੋਡ ਟੈਸਟ ਦੇ ਵਿੱਚ ਤੁਹਾਨੂੰ ਉਹ ਦੇਖਦੇ ਨੇ ਤੁਸੀਂ ਆਪਣੇ ਮਿਰਰਸ ਨੂੰ ਚੈੱਕ ਕਰ ਰਹੇ ਹੋ ਤੁਹਾਡੀਆਂ ਟਰਨਸ ਕਿੱਦਾਂ ਦੀਆਂ ਨੇ, ਤੁਸੀਂ ਟੂ ਵਾਈਡ ਟਰਨ ਤਾਂ ਨਹੀਂ ਲੈ ਰਹੇ ਜਾਂ ਟੂ ਨੈਰੋ ਤੁਸੀਂ ਕਰਵ ਨੂੰ ਹਿੱਟ ਨਹੀਂ ਕਰਨਾ। ਕਰਵ ਦੇ ਹਿੱਟ ਕਰਦੇ ਆਈ ਥਿੰਕ 4 ਪੁਆਇੰਟਸ ਹੁੰਦੇ ਆ ਜੇ ਤੁਸੀਂ ਇੱਕ ਵਾਰ ਕਰਵ ਹਿੱਟ ਕਰਦੇ ਉਹਦੇ 4 ਪੁਆਇੰਟਸ ਨੇ ਉਹ ਕਰਦੇ। ਸੋ ਮੇਕ ਸ਼ੋਰ ਜਿਹੜੀਆਂ ਤੁਹਾਡੀਆਂ ਟਰਨਸ ਨੇ ਉਹ ਟੂ ਨੈਰੋ ਜਾਂ ਟੂ ਵਾਈਡ ਨਹੀਂ ਹੋਣੀਆਂ ਚਾਹੀਦੀਆਂ। ਉਸ ਤੋਂ ਬਾਅਦ
ਇੱਕ ਹੋਰ ਟੈਸਟ ਦੇ ਵਿੱਚ ਤੁਹਾਨੂੰ ਆਈ ਥਿੰਕ 2 ਪੁਆਇੰਟ ਟਰਨ ਨੂੰ ਜਾਂ 3 ਪੁਆਇੰਟ ਟਰਨ ਕਹਿ ਸਕਦੇ ਹੋ ਤੁਸੀਂ ਉਹਨੂੰ, ਉਹ ਕਰਵਾਉਂਦੇ ਨੇ ਹੈ ਨਾ। ਸੋ ਉਹ ਵੀ ਤੁਸੀਂ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਵਹੀਕਲ ਆ ਉਹ ਸਟ੍ਰੇਟ ਰਹੇ ਹੈ ਨਾ, ਜੇ ਤੁਸੀਂ ਡੈਵੀਏਟ ਕਰਦਾ ਤੁਹਾਡਾ ਵਹੀਕਲ ਟੂ ਮੱਚ, ਉਹਦੇ ਵੀ ਥੋੜ੍ਹੇ ਡਿਡਕਸ਼ਨ ਕਰ ਲੈਂਦੇ ਨੇ ਉਹ। ਸੋ ਓਵਰਆਲ ਤੁਸੀਂ 9 ਤੋਂ ਘੱਟ ਪੁਆਇੰਟ ਘਟਾਉਣੇ ਨੇਗੇ, 9 ਔਰ ਲੈਸ ਤੁਹਾਡੇ ਪਾਸਿੰਗ ਗ੍ਰੇਡ ਹੈ ਜਿਹੜੀ ਉਹ ਹੈਗੀ ਹੈ। ਸੋ ਜੇ ਤੁਸੀਂ ਫੇਲ ਹੋ ਜਾਂਦੇ ਹੋ ਤਾਂ ਤੁਸੀਂ ਨੈਕਸਟ ਡੇ ਹੀ ਸਕੈਜੂਲ ਕਰ ਸਕਦੇ ਹੋ, ਬਟ ਇਟ ਇਜ਼ ਰਿਕਮੈਂਡਡ ਕਿ ਜੇ ਤੁਸੀਂ ਫੇਲ ਹੋਏ ਹੋ, ਤੁਹਾਨੂੰ ਲੱਗਦਾ ਕਿ ਕੋਈ ਵੱਡੀ ਗੱਲ ਤਾਂ ਤੁਹਾਡੇ ਤੋਂ ਹੋਈ ਹੈ, ਸੋ ਮੇਕ ਸ਼ੋਰ ਕਿ ਤੁਸੀਂ ਪ੍ਰੋਪਰ ਅਗੇਨ ਪ੍ਰੈਕਟਿਸ ਕਰੋ ਅਤੇ ਫਿਰ ਹੀ ਰੋਡ ਟੈਸਟ ਦੇਣ ਆਓ। ਸੋ ਇਹ ਜਦੋਂ ਤੁਸੀਂ ਰੋਡ ਟੈਸਟ ਪਾਸ ਕਰ ਜਾਂਦੇ ਹੋ ਅਤੇ ਆਈ ਥਿੰਕ $15 ਫੀਸ ਹੈ, ਉਹਦੇ ਨਾਲ ਤੁਸੀਂ ਜਿਹੜਾ ਤੁਹਾਡਾ ਕਲਾਸ 1 ਦਾ ਜਿਹੜਾ ਰੋਡ ਟੈਸਟ ਆ ਉਹ ਤੁਸੀਂ ਪਾਸ ਕਰ ਜਾਂਦੇ ਹੋ। ਇਹ ਕਲਾਸ 1 ਹੋ ਜਾਊਗਾ, ਬਟ ਜੇ ਇਹਦੇ ਲਈ ਜਿਹੜੀ ਏਅਰ ਬ੍ਰੇਕ ਆ, ਏਅਰ ਬ੍ਰੇਕ ਦਾ ਜਿਹੜਾ ਐਗਜ਼ਾਮ ਹੈ ਉਹ ਡਿਫਰੈਂਟ ਹੁੰਦਾ, ਉਹ ਆਪਾਂ ਇੱਕ ਸੈਪਰੇਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਨੈਕਸਟ ਆ ਜਾਂਦਾ ਜੀ ਹੁਣ ਸਿਨੈਰੀਓ ਡਿਫਰੈਂਟ, ਜਿੱਦਾਂ ਆਪਾਂ ਕਿਹਾ ਸੀਗਾ ਵੀ ਕੋਈ ਆਊਟ ਆਫ ਪ੍ਰੋਵਿੰਸ ਮਾਈਗ੍ਰੇਟ ਕਰ ਰਿਹਾ ਹੈ ਨਾ ਸਸਕੈਚੁਆਨ ਦੇ ਵਿੱਚ। ਸੋ ਉਹਦਾ ਹੈਗਾ, ਜੇ ਤੁਸੀਂ ਜਿਹੜੀ ਪ੍ਰੋਵਿੰਸ ਦੇ ਵਿੱਚ ਤੁਸੀਂ ਆ ਰਹੇ ਹੋ, ਜੇ ਉੱਥੇ ਵੀ ਮੈਲਟ ਪ੍ਰੋਗਰਾਮ ਇੰਪਲੀਮੈਂਟ ਹੋਇਆ ਤਾਂ ਤੁਸੀਂ ਸਟ੍ਰੇਟ ਉਹ ਪ੍ਰੋਵਿੰਸ ਦੇ ਲਾਇਸੈਂਸ ਨੂੰ ਐਕਸਚੇਂਜ ਕਰ ਸਕਦੇ ਹੋ ਸਸਕੈਚੁਆਨ ਦੇ ਲਾਇਸੈਂਸ ਦੇ ਵਿੱਚ ਹੀ। ਅਤੇ ਉਹਦੇ ਲਈ ਤੁਹਾਨੂੰ ਪਲੀਜ਼ ਮੇਕ ਸ਼ੋਰ ਕਰਨਾ ਕਿ ਜੇ ਤੁਸੀਂ ਬਾਹਰੋਂ ਮੈਲਟ ਟ੍ਰੇਨਿੰਗ ਕਰਕੇ ਕੀਤੀ ਸੀ ਅਤੇ ਉੱਥੇ ਲਾਇਸੈਂਸ ਲਿਆਓ, ਮੈਲਟ ਦਾ ਸਰਟੀਫਿਕੇਟ ਵੀ ਨਾਲ ਲਿਆਓ, ਜਸਟ ਇਨ ਕੇਸ ਉਹ ਤੋਂ ਮੰਗ ਲੈਣ ਤਾਂ ਤੁਹਾਡੇ ਕੋਲ ਸ਼ੋਅ ਕਰਨ ਦੇ ਲਈ ਉਹ ਹੋਵੇ। ਅਤੇ ਸੈਕਿੰਡ ਸਿਨੈਰੀਓ ਹੈਗਾ ਵੀ ਤੁਸੀਂ ਜਿੱਥੇ ਕੋਈ ਪ੍ਰੋਵਿੰਸ ਤੋਂ ਆ ਰਹੇ ਹੋ ਜਿੱਥੇ ਮੈਲਟ ਹਲੇ ਇੰਪਲੀਮੈਂਟ ਨਹੀਂ ਹੋਇਆ, ਸੋ ਉਹਦੇ ਲਈ ਤੁਹਾਡੇ ਮਿਨੀਮਮ ਜਿਹੜੀ ਰਿਕੁਆਇਰਮੈਂਟ ਹੈ ਸਸਕੈਚੁਆਨ ਕਲਾਸ 1 ਲਾਇਸੈਂਸ ਲੈਣ ਦੇ ਲਈ, ਉਹ ਹੈਗੀ ਆ ਕਿ ਤੁਹਾਡੇ ਕੋਲ ਮਿਨੀਮਮ 2 ਈਅਰ ਦਾ ਐਕਸਪੀਰੀਅੰਸ ਹੋਵੇ ਅਤੇ ਤੁਹਾਡਾ ਸੈਟਿਸਫੈਕਟਰੀ ਜਿਹੜਾ ਸੇਫਟੀ ਰੈਕਡ ਜਾਂ ਐਬਸਟਰੈਕਟ ਹੈ ਉਹ ਹੋਣਾ ਚਾਹੀਦਾ ਹੈ ਨਾ। ਸੋ ਮਿਨੀਮਮ 2 ਈਅਰ ਐਕਸਪੀਰੀਅੰਸ ਉਹਦੇ ਲਈ ਚਾਹੀਦਾ ਜੇ ਤੁਸੀਂ ਵਿਦਆਊਟ ਮੈਲਟ ਆਪਣਾ ਜਿਹੜਾ ਲਾਇਸੈਂਸ ਉਹ ਐਕਸਚੇਂਜ ਕਰਨਾ ਚਾਹੁੰਦੇ ਹੋ। ਫਿਰ ਇਹ ਹੈਗਾ ਵੀ ਹੁਣ ਆਪਾਂ ਸਪੋਜ਼ ਕਰ ਲਿਆ ਵੀ ਜੇ ਤੁਸੀਂ US ਚੋਂ ਆ ਰਹੇ ਹੋ ਹੈ ਨਾ, ਉਹਦੇ ਵਿੱਚ ਵੀ ਸੇਮ ਸਿਨੈਰੀਓ ਹੀ ਇੰਪਲੀਮੈਂਟ ਹੁੰਦਾ। ਜੇ ਤੁਹਾਡੀ ਸਟੇਟ ਦੇ ਵਿੱਚ ਤੁਸੀਂ ਆ ਰਹੇ ਹੋ ਉੱਥੇ ਮੈਲਟਸ ਇੰਪਲੀਮੈਂਟਡ ਹੋਇਆ ਸੀਗਾ ਅਤੇ ਤੁਸੀਂ ਸਟ੍ਰੇਟ ਐਕਸਚੇਂਜ ਕਰ ਸਕਦੇ ਹੋ। ਅਦਰਵਾਈਜ਼ ਆਪਾਂ ਨੂੰ ਸਾਰੀ ਜਿਹੜਾ ਉਹ ਆ 2 ਈਅਰ ਦਾ ਐਕਸਪੀਰੀਅੰਸ ਹੋਵੇ, ਜੇ ਇਹ ਨਹੀਂ ਹੈਗਾ ਤਾਂ ਆਪਣੇ ਕੋਲੇ ਆਪਾਂ ਨੂੰ ਉਹ ਕਰਨਾ ਪੈਂਦਾ, ਸਾਰਾ ਪ੍ਰੋਸੈਸ ਦੁਬਾਰਾ ਤੋਂ ਸ਼ੁਰੂ ਕਰਨਾ ਪੈਂਦਾ ਇਨਕਲੂਡਿੰਗ ਮੈਲਟ, ਉਹ ਸਾਨੂੰ ਦੁਬਾਰੇ ਕਰਨਾ ਪਏਗਾ। ਸੋ ਇੱਕ ਕੁਐਸਚਨ ਕਿਸੇ ਵੀਰੇ ਨੇ ਪੁੱਛਿਆ ਸੀ ਇੱਕ ਵੀਡੀਓ ਦੇ ਵਿੱਚ ਵੀ, ਤੁਸੀਂ ਬਾਹਰੋਂ ਮੈਲਟ ਕਰਕੇ ਆਓ ਅਤੇ ਸਸਕੈਚੁਆਨ ਦੇ ਵਿੱਚ ਰੋਡ ਟੈਸਟ ਬਾਰੇ ਹੈ ਨਾ ਵੀ ਦੇ ਸਕਦੇ ਹੋ। ਉਹਦਾ ਆਨਸਰ ਹੈ ਵੀਰੇ ਨੋ, ਤੁਸੀਂ ਉਹ ਨਹੀਂ ਦੇ ਸਕਦੇ। ਤੁਹਾਨੂੰ ਜਿੱਥੋਂ ਤੁਸੀਂ ਮੈਲਟ ਕੰਪਲੀਟ ਕੀਤੀ ਹੈ ਨਾ, ਅਤੇ ਪਲੀਜ਼ ਉੱਥੇ ਹੀ ਰੋਡ ਟੈਸਟ ਦੇ ਕੇ ਆਓ, ਕਿਉਂਕਿ ਸਸਕੈਚੁਆਨ SGI ਮੈਂ ਪਰਸਨਲੀ ਵੈਰੀਫਾਈ ਕੀਤਾ, ਉਹ ਇਹਨੂੰ ਅਸੈਪਟ ਨਹੀਂ ਕਰਦੇ। ਜਿਹੜਾ ਤੁਹਾਡਾ ਮੈਲਟ ਆ ਉਹ ਸਸਕੈਚੁਆਨ ਦਾ ਹੀ ਹੋਵੇ ਜੇ ਤੁਸੀਂ ਸਸਕੈਚੁਆਨ ਦੇ ਵਿੱਚ ਰੋਡ ਟੈਸਟ ਦੇਣਾ। ਅਦਰਵਾਈਜ਼ ਜੇ ਤੁਸੀਂ ਬਾਹਰੋਂ ਮੈਲਟ ਕੀਤਾ, ਤੁਸੀਂ ਬਾਹਰ ਰੋਡ ਟੈਸਟ ਦੇ ਕੇ ਆਓ, ਤੁਹਾਡਾ ਲਾਇਸੈਂਸ ਹੈ ਉਹ ਟਰੱਕ ਦਾ, ਉਹ ਤੁਹਾਡਾ ਰਾਈਟ ਅਵੇ ਐਜ਼ ਇਟ ਇਜ਼ ਉਹ ਐਕਸਚੇਂਜ ਕਰ ਦਿੰਦੇ ਆ। ਸੋ ਬਾਹਰੋਂ ਆਪਾਂ ਸੈਕਿੰਡ ਸਿਨੈਰੀਓ ਆ ਜਾਂਦਾ ਨੈਕਸਟ ਵੀ, ਜੇ ਤੁਸੀਂ ਆਊਟ ਆਫ ਕੈਨੇਡਾ ਜਾਂ US ਆ ਰਹੇ ਹੋ, ਉਹਦੇ ਲਈ ਤੁਹਾਨੂੰ ਇਹ ਸਾਰਾ ਪ੍ਰੋਸੈਸ ਦੁਬਾਰਾ ਤੋਂ ਕੰਪਲੀਟ ਕਰਨਾ ਪੈਂਦਾ ਹੈ ਨਾ। ਕਾਰ ਦਾ ਲਾਇਸੈਂਸ ਅਕੋਰਡਿੰਗ ਟੂ ਸੈਟਿਸਫੈਕਟਰੀ ਰੂਲਸ ਜਿਹੜੇ ਤੁਹਾਡੇ SGI ਦੀ ਰਿਕੁਆਇਰਮੈਂਟਸ ਨੇਗੀਆਂ, ਉਹ ਤੁਸੀਂ ਸੈਟਿਸਫਾਈ ਕਰਦੇ ਹੋ। ਕਾਰ ਦਾ ਲਾਇਸੈਂਸ ਲੈ ਕੇ ਫਿਰ ਤੁਸੀਂ ਕਲਾਸ 1 ਦੇ ਲਾਇਸੈਂਸ ਦੇ ਲਈ ਦੁਬਾਰਾ ਤੋਂ ਤਿਆਰੀ ਕਰਨੀ ਆ। ਸੋ ਇਹ ਸਾਰਾ ਆਈ ਹੋਪ ਕਿ ਤੁਹਾਡੇ ਜੇ ਕੋਈ ਕੁਐਸਚਨ ਹੈ ਤੁਹਾਡਾ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਆਈ ਹੋਪ ਕਿ ਜਿਹੜੀ ਵੀ ਇਨਫੋਰਮੇਸ਼ਨ ਆਪਾਂ ਇੱਥੇ ਸ਼ੇਅਰ ਕੀਤੀ ਆ ਉਹ ਤੁਹਾਨੂੰ ਹੈਲਪ ਕਰੇਗੀ। ਤੁਹਾਡਾ ਕੋਈ ਵੀ ਡਾਊਟ ਹੈ ਸਟਿਲ ਜੇ ਤੁਹਾਡਾ ਹੁੰਦਾ, ਤੁਸੀਂ SGI ਦੀ ਵੈਬਸਾਈਟ ਤੋਂ ਕਲੈਰੀਫਾਈ ਕਰ ਸਕਦੇ ਹੋ, SGI ਨੂੰ ਕਾਲ ਕਰ ਸਕਦੇ ਹੋ, ਈਮੇਲ ਵੀ ਕਰ ਸਕਦੇ ਹੋ। ਤੁਸੀਂ ਮੈਨੂੰ ਵੀ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ ਨਾ, ਮੈਂ ਆਪਣੀ ਇੰਸਟਾਗ੍ਰਾਮ ID ਵੀ ਮੈਂਸ਼ਨ ਕਰ ਦੂੰਗਾ ਨੀਚੇ। ਤੁਸੀਂ ਇੱਥੇ ਵੀ ਕਮੈਂਟਸ ਦੇ ਵਿੱਚ ਮੈਨੂੰ ਪੁੱਛ ਸਕਦੇ ਹੋ ਅਤੇ ਮੈਂ ਕੋਸ਼ਿਸ਼ ਕਰੂੰਗਾ ਜੇ ਮੈਨੂੰ ਨੌਲੇਜ ਹੋਈ ਮੈਂ ਤੁਹਾਨੂੰ ਉਹਦਾ ਆਨਸਰ ਦੇਵਾਂ। ਅਦਰਵਾਈਜ਼ ਬਿਕੋਜ਼ ਮੈਂ ਵੀ ਡਾਇਰੈਕਟ SGI ਤੋਂ ਹੀ ਪੁੱਛੂੰਗਾ, ਕਿਉਂਕਿ ਮੈਂ ਕਿਸੇ ਬੰਦੇ ਆਪਾਂ ਇੰਡੀਵਿਜੂਅਲ ਨੌਲੇਜ 'ਤੇ ਆਪਾਂ ਨਾ ਟਰਸਟ ਨਹੀਂ ਕਰ ਸਕਦੇ। ਸੋ ਆਪਾਂ ਆਥੋਰਾਈਜ਼ਿੰਗ ਬਾਡੀ ਤੋਂ ਹੀ ਇਨਫੋਰਮੇਸ਼ਨ ਲਵਾਂਗੇ ਅਤੇ ਮੈਂ ਤੁਹਾਡਾ ਆਨਸਰ ਕੋਸ਼ਿਸ਼ ਕਰੂੰਗਾ ਮੈਂ ਤੁਹਾਡੇ ਕੁਐਸਚਨ ਨੂੰ ਆਨਸਰ ਕਰ ਸਕਾਂ। ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਪਾਂ ਹੋਰ ਵੀਡੀਓਜ਼ ਪਾਉਣੀਆਂ ਨੇ। ਆਈ ਨੋ ਕੋਈ ਕਾਫੀ ਟਾਈਮ ਹੋ ਰਿਹਾ ਨਾ, ਬਹੁਤ ਡਿਲੇ ਆ ਰਹੀ ਹੈ ਵੀਡੀਓਜ਼ ਦੇ ਵਿੱਚ। ਉਹਦਾ ਰੀਜ਼ਨ ਥੋੜ੍ਹਾ ਵਿੰਟਰ ਵੈਦਰ ਹੈ ਨਾ, ਜ਼ਿਆਦਾ ਫੋਕਸ ਰੋਡ ਕੰਡੀਸ਼ਨਸ ਦੇ ਉੱਪਰ ਹੀ ਹੁੰਦਾ। ਅਤੇ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਬਲੌਗਸ ਨੂੰ ਰੈਗੂਲਰਲੀ ਹੁਣ ਕੰਟੀਨਿਊ ਕਰਾਂਗੇ ਜਿੱਦਾਂ ਇਹਦਾ ਮੌਸਮ ਵਧੀਆ ਹੋ ਰਿਹਾ ਹੈ ਨਾ।
ਸੋ ਇਹੀ ਵੀਡੀਓ ਸੀ ਜੀ ਅੱਜ ਦੀ। ਥੈਂਕ ਯੂ ਸੋ ਮਚ ਫॉर ਵਾਚਿੰਗ। ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਹੈ, ਆਪਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਜੋ ਕਿ ਹੋਏਗੀ 에ਅਰ ਬ੍ਰੇਕਸ ਦੇ ਬਾਰੇ। ਸਤਿ ਸ਼੍ਰੀ ਅਕਾਲ ਜੀ।